ਨਵਜੋਤ ਸਿੰਘ ਸਿੱਧੂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅਸੀਂ ਵੀ ਜਦੋਂ ਸਾਡੀ ਸਰਕਾਰ ਆਏਗੀ ਤਾਂ 400-500 ਯੂਨਿਟ ਬਿਜਲੀ ਮੁਫਤ ਨਹੀਂ ਬਲਕਿ ਅਸੀਂ ਬਿਜਲੀ ਸਸਤੀ ਕਰਾਂਗੇ। ਸਗੋਂ ਹਰ ਬਾਲ ਦੇ ਉੱਤੇ ਛਿੱਕਾ ਲਾਉਣਾ ਚਾਹੀਦਾ। ਉਹ ਕੀ ਕਰ ਰਹੇ ਨੇ ਕਿ ਹੋ ਸਕਦਾ ਕਿ ਹਜੇ ਇਦਾਂ ਹੀ ਮਤਲਬ ਟਿਪ ਕਰਕੇ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਦੇ ਵੱਲੋਂ। ਜੇਕਰ ਨਵਜੋਤ ਸਿੰਘ ਸਿੱਧੂ ਜੇ ਇਸ਼ਾਰਾ ਕਰ ਰਹੇ ਨੇ ਕਿ ਸਾਨੂੰ 22 ਦੇ ਵਿੱਚ ਲੈ ਕੇ ਆਓ, ਸਮਾਂ ਬਹੁਤ ਘੱਟ ਹੈ। 6 ਮਹੀਨੇ ਦਾ ਸਮਾਂ ਇੱਕ ਸਰਕਾਰ ਦੇ ਲਈ ਕੁਝ ਵੀ ਨਹੀਂ ਹੁੰਦਾ ਔਰ ਵਾਅਦੇ ਬਹੁਤ ਵੱਡੇ ਪਏ ਨੇ। ਕੀ ਪੰਜਾਬ ਕਾਂਗਰਸ ਆਪਣੀ ਚੋਣਾਂ ਤੋਂ ਪਹਿਲਾਂ ਮੌਜੂਦਾ ਸਥਿਤੀ ਹੈ ਜਿਹੜੀ ਪੰਜਾਬ ਕਾਂਗਰਸ ਦੀ ਉਸ ਨੂੰ ਠੀਕ ਕਰ ਸਕੇਗੀ? ਇਹਨਾਂ ਸਵਾਲਾਂ ਦੇ ਵਿੱਚ ਤਾਂ ਹਮੇਸ਼ਾ ਹੀ ਕਾਂਗਰਸ ਨੂੰ ਘੇਰਿਆ ਜਾਏਗਾ। ਖਬਰਾਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵੀਰ ਸਿੰਘ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਕੁਝ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲ ਪੰਜਾਬ ਕਾਂਗਰਸ ਦੀ ਕਰਾਂਗੇ, ਨਵਜੋਤ ਸਿੰਘ ਸਿੱਧੂ ਦੀ ਕਰਾਂਗੇ ਕਿ ਪੰਜਾਬ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਬੀਤੇ ਦਿਨੀ ਵੱਡਾ ਐਲਾਨ ਕੀਤਾ ਗਿਆ ਹੈ। ਕੀ ਹੈ ਉਹ ਐਲਾਨ, ਉਹ ਵੀ ਤੁਹਾਨੂੰ ਦੱਸਾਂਗੇ ਤੇ ਉਸ ਦੇ ਉੱਪਰ ਵਿਚਾਰ ਚਰਚਾ ਵੀ ਕਰਾਂਗੇ। ਨਾਲ ਦੀ ਨਾਲ ਗੱਲ ਕਰਾਂਗੇ ਕਿ ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ, ਕਿਉਂ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ, ਇਸ ਦੇ ਉੱਪਰ ਵੀ ਜਿਹੜੀ ਹੈ ਵਿਚਾਰ ਚਰਚਾ ਕਰਾਂਗੇ। ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮੇਂਦਰ ਸਿੰਘ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵੀਰ ਜੀ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਹੁਣ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਅਦ ਹੁਣ ਕਾਂਗਰਸ ਦੇ ਵੱਲੋਂ ਵੀ ਜਿਹੜਾ ਬਿਜਲੀ ਵਾਲਾ ਦਾ ਖੇਡ ਦਿੱਤਾ ਗਿਆ ਹੈ, ਨਵਜੋਤ ਸਿੰਘ ਸਿੱਧੂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਵੀ ਜਦੋਂ ਸਾਡੀ ਸਰਕਾਰ ਆਏਗੀ ਤਾਂ 400-500 ਯੂਨਿਟ ਬਿਜਲੀ ਮੁਫਤ ਨਹੀਂ ਬਲਕਿ ਅਸੀਂ ਬਿਜਲੀ ਸਸਤੀ ਕਰਾਂਗੇ। ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਨੂੰ? ਸੁਖਵੀਰ ਜੀ ਦੇਖੋ, ਇਸ ਵੇਲੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਇਹ ਪੁੱਛਣਾ ਚਾਹੁੰਦੇ ਨੇ ਜਾਂ ਵਿਰੋਧੀ ਧਿਰਾਂ ਵੀ ਇਹ ਪੁੱਛਣਾ ਚਾਹੁੰਦੀਆਂ ਨੇ ਕਿ ਇਸ ਵੇਲੇ ਸਰਕਾਰ ਤੁਹਾਡੀ ਹੈ, ਤੁਸੀਂ ਇਹ ਕਹਿ ਰਹੇ ਹੋ ਕਿ ਜਦੋਂ ਆਏਗੀ, ਉਹ ਹੁਣ ਸਰਕਾਰ ਕਦੋਂ ਆਏਗੀ ਕਦੋਂ ਨਹੀਂ ਆਏਗੀ ਉਹ ਗੱਲ ਬਾਅਦ ਦੀ ਹੈ। ਇਸ ਵੇਲੇ ਪੰਜਾਬ ਦੇ ਲੋਕ ਇਹ ਮੰਗ ਕਰ ਰਹੇ ਨੇ ਸਿੱਧੂ ਸਾਹਿਬ ਤੋਂ ਕਿ ਤੁਸੀਂ ਹੁਣ ਕਿਉਂ ਨਹੀਂ ਕਰ ਰਹੇ, ਹੁਣ 3 ਰੁਪਏ ਪਰ ਯੂਨਿਟ ਕਿਉਂ ਨਹੀਂ ਮਿਲ ਸਕਦੀ, ਹੁਣ ਜਿਹੜੇ ਵੱਖ-ਵੱਖ ਮਸਲੇ ਜਾਂ 18 ਨੁਕਾਤੀ ਪ੍ਰੋਗਰਾਮ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਹੱਲ ਕਰਾਊਂਗਾ, ਹੁਣ ਕਿਉਂ ਨਹੀਂ ਹੋ ਸਕਦਾ 6 ਮਹੀਨੇ? ਕਿਉਂਕਿ ਬਿਲਕੁਲ ਲਾਸਟ ਓਵਰ ਚੱਲ ਰਿਹਾ ਹੈ ਕਾਂਗਰਸ ਦਾ। ਆਪਾਂ ਨੂੰ ਪਤਾ ਹੈ ਕਿ ਲਾਸਟ ਓਵਰ ਦੇ ਵਿੱਚ ਤਾਂ ਤੁਸੀਂ ਤੁਹਾਨੂੰ ਬੈਟਿੰਗ ਕਰਨੀ ਚਾਹੀਦੀ ਹੈ, ਸਗੋਂ ਹਰ ਬਾਲ ਦੇ ਉੱਤੇ ਛਿੱਕਾ ਲਾਉਣਾ ਚਾਹੀਦਾ। ਉਹ ਕੀ ਕਰ ਰਹੇ ਨੇ ਕਿ ਹੋ ਸਕਦਾ ਕਿ ਹਜੇ ਇਦਾਂ ਹੀ ਮਤਲਬ ਟਿਪ ਕਰਕੇ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਦੇ ਵੱਲੋਂ। ਸੋ ਨਵਜੋਤ ਸਿੰਘ ਸਿੱਧੂ ਨੂੰ ਇਸ ਵੇਲੇ ਇਹੀ ਚਾਹੀਦਾ ਹੈ ਕਿ ਉਹ ਕੈਪਟਨ ਸਾਹਿਬ ਦੇ ਉੱਤੇ ਪ੍ਰੈਸ਼ਰ ਬਣਾਉਣ ਔਰ ਇਹ ਜਿਹੜਾ ਵਿਧਾਨ ਸਭਾ ਸੈਸ਼ਨ ਅਗਲਾ ਆਉਣਾ ਹੈ, ਮੌਨਸੂਨ ਸੈਸ਼ਨ ਵਿਧਾਨ ਸਭਾ ਦਾ, ਉਹਦੇ ਵਿੱਚ ਜਿਹੜੇ ਬਿਜਲੀ ਪਰਚੇਜ਼ ਐਗਰੀਮੈਂਟ ਹੋਏ ਨੇ ਉਹਨਾਂ ਨੂੰ ਰੱਦ ਕੀਤੇ ਜਾਣੇ ਚਾਹੀਦੇ ਨੇ ਔਰ ਉਹਨਾਂ ਦੀ ਬਜਾਏ ਜਿਹੜਾ ਹੈਗਾ 3 ਰੁਪਏ ਪਰ ਯੂਨਿਟ ਜਿਹੜੀ ਗੱਲ ਕਹਿ ਰਹੇ ਨੇ ਉਹਨੂੰ ਉੱਥੇ ਲਾਗੂ ਕਰਨਾ ਚਾਹੀਦਾ ਵਿਧਾਨ ਸਭਾ ਦੇ ਵਿੱਚ ਔਰ ਲੋਕਾਂ ਨੂੰ ਸਸਤੀ ਬਿਜਲੀ ਜਿਹੜੀ ਹੈਗੀ ਹੈ ਦੇਣੀ ਚਾਹੀਦੀ ਹੈ। ਇਸੇ ਤਰ੍ਹਾਂ ਇੰਡਸਟਰੀਲਿਸਟਾਂ ਨੂੰ ਵੀ 5 ਰੁਪਏ ਯੂਨਿਟ ਜਿਹੜੀ ਗੱਲ ਕਹਿ ਰਹੇ ਨੇ ਉਹ ਇੰਡਸਟਰੀਲਿਸਟਾਂ ਨੂੰ ਵੀ ਦੇਣੀ ਚਾਹੀਦੀ ਹੈ, ਤਾਂ ਕਿ ਪੰਜਾਬ ਦੇ ਵਿੱਚ ਬਾਹਰੋਂ ਜਿਹੜੀ ਇੰਡਸਟਰੀ ਸਾਡੀ ਜਾ ਰਹੀ ਹੈ ਬਾਹਰੋਂ ਸਾਡੇ ਪੰਜਾਬ ਦੇ ਵਿੱਚ ਇੰਡਸਟਰੀ ਲੱਗੇ ਔਰ ਪੰਜਾਬ ਖੁਸ਼ਹਾਲ ਹੋਵੇ। ਪੰਜਾਬ ਦੀ ਖੁਸ਼ਹਾਲੀ ਇਸੇ ਲਈ ਹੋਏਗੀ ਜੇਕਰ ਲੋਕਾਂ ਨੂੰ ਸਸਤੀ ਬਿਜਲੀ ਔਰ ਰੈਗੂਲਰ ਬਿਜਲੀ 24 ਘੰਟੇ ਬਿਜਲੀ ਮਿਲੇਗੀ, ਤਾਂ ਇੰਡਸਟਰੀ ਵੀ ਇੱਥੇ ਆਏਗੀ ਔਰ ਪੰਜਾਬ ਦੇ ਲੋਕ ਵੀ ਖੁਸ਼ ਹੋਣਗੇ ਔਰ ਉਹਨਾਂ ਨੂੰ ਲੱਗੇਗਾ ਕਿ ਅਸੀਂ ਪੰਜਾਬ ਦੇ ਵਿੱਚ ਸਹੀ ਮਾਇਨਿਆਂ ਦੇ ਵਿੱਚ ਜਿਹੜੀ ਸਰਕਾਰ ਹੈ ਕਾਂਗਰਸ ਦੀ ਉਹਨੂੰ ਅਸੀਂ ਚੁਣਿਆ। ਪਰ ਜੇਕਰ ਇਹ ਨਹੀਂ ਹੁੰਦਾ ਤਾਂ ਲੋਕ ਜਿਵੇਂ ਸਵਾਲ ਉਠਾ ਰਹੇ ਨੇ ਔਰ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਪੁੱਛ ਰਹੇ ਨੇ ਤਾਂ ਉਹ ਸਵਾਲਾਂ ਦਾ ਜਿਹੜਾ ਘੇਰਾ ਹੈ ਵੱਧਦਾ ਜਾਏਗਾ ਔਰ ਨਵਜੋਤ ਸਿੰਘ ਸਿੱਧੂ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਗ੍ਰਾਫ ਉੱਪਰ ਮੰਨਿਆ ਜਾਂਦਾ ਹੈ ਕਿ ਬਹੁਤ ਇਮਾਨਦਾਰ ਨੇ, ਸਵਾਲ ਉਠਾਉਂਦੇ ਨੇ, ਮੁੱਦੇ ਉਠਾਉਂਦੇ ਨੇ, ਪੰਜਾਬ ਦੇ ਲੋਕਾਂ ਦੇ ਬਾਰੇ ਜਿਹੜੇ ਚਿੰਤਤ ਨੇ। ਪਰ ਜੇਕਰ ਨਹੀਂ ਇੱਦਾਂ ਦੀ ਗੱਲ ਹੋਏਗੀ ਤਾਂ ਇਹ ਨਹੀਂ ਹੁਣ ਲੋਕ ਵੇਟ ਕਰਨਗੇ ਕਿ ਹੁਣ ਤੁਸੀਂ 6 ਮਹੀਨਿਆਂ ਬਾਅਦ ਜਦੋਂ ਸਾਡੀ ਸਰਕਾਰ ਆਏਗੀ ਉਦੋਂ ਕਰਾਂਗੇ। ਸਰਕਾਰ ਹੁਣ ਹੈ ਤੁਹਾਡੀ, ਇਸ ਵੇਲੇ ਤੁਹਾਡੀ ਸਰਕਾਰ ਹੈ, ਹੁਣੀ ਤੁਹਾਨੂੰ ਜਿਹੜਾ ਹੈਗਾ ਕੈਪਟਨ ਸਾਹਿਬ ਦੇ ਉੱਤੇ ਪ੍ਰੈਸ਼ਰ ਬਣਾ ਕੇ 3 ਰੁਪਏ ਬਿਜਲੀ ਹੁਣੀ ਦੇਣੀ ਪਏਗੀ। ਜੀ, ਜੇਕਰ ਤੁਹਾਡੀ ਵੀ ਗੱਲ ਸਹੀ ਹੈ ਡਾਕਟਰ ਸਾਹਿਬ, ਜੇਕਰ ਹੁਣ ਵੀ ਉਹ ਲਾਗੂ ਕਰ ਦਿੰਦੇ ਨੇ 3 ਰੁਪਏ ਬਿਜਲੀ ਕਰ ਦਿੰਦੇ ਨੇ ਤਾਂ ਸਵਾਲ ਕਿਤੇ ਨਾ ਕਿਤੇ ਘੁੰਮ ਕੇ ਕਾਂਗਰਸ ਸਰਕਾਰ ਤੇ ਆਉਣਗੇ। ਜੇਕਰ ਹੁਣ ਤੁਸੀਂ ਕਰ ਸਕਦੇ ਹੋ ਤਾਂ ਪਿਛਲੇ 4.5 ਸਾਲ ਬਿਜਲੀ ਸਸਤੀ ਕਿਉਂ ਨਹੀਂ ਕੀਤੀ? ਬਿਲਕੁਲ, ਦੇਖੋ ਇਹ ਤਾਂ ਸਵਾਲਾਂ ਦੇ ਘੇਰੇ 'ਚ ਸਦਾ ਹੀ ਰਹਿਣਗੇ ਕਿਉਂਕਿ 4.5 ਸਾਲ ਕੱਲੀ ਬਿਜਲੀ ਦਾ ਮਸਲਾ ਨਹੀਂ ਹੈ। ਤੁਹਾਨੂੰ ਯਾਦ ਹੋਏਗਾ, ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ
ਚਾਹੇ ਕੈਪਟਨ ਸਾਹਿਬ ਨੇ ਜਦੋਂ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ ਦੇ ਉੱਤੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ, ਚਾਹੇ ਘਰ ਘਰ ਨੌਕਰੀ ਦਾ ਵਾਅਦਾ ਸੀਗਾ, ਚਾਹੇ ਬਰਗਾੜੀ ਕਾਂਡ ਦੇ ਹੱਲ ਕਰਾਉਣ ਦਾ ਵਾਅਦਾ ਸੀਗਾ, ਚਾਹੇ ਇਸ ਤਰ੍ਹਾਂ ਦੇ ਬਹੁਤ ਸਾਰੇ ਤੁਸੀਂ ਦੇਖਿਆ ਹੋਵੇਗਾ ਕਿ ਚਾਹੇ ਉਹਨਾਂ ਨੇ ਕਿਹਾ ਸੀਗਾ ਕਿ 4 ਹਫ਼ਤਿਆਂ ਦੇ ਵਿੱਚ ਮੈਂ ਨਸ਼ਿਆਂ ਦਾ ਲੱਕ ਤੋੜਾਂਗਾ। ਸੋ ਵੱਡੇ ਵੱਡੇ ਮਗਰਮੱਛ ਅੱਜ ਜੋ ਕਿੱਥੇ ਨੇ, ਬਾਹਰ ਹੀ ਫਿਰ ਰਹੇ ਨੇ, ਉਹਨਾਂ ਨੂੰ ਕਿਸੇ ਨੂੰ ਅੰਦਰ ਨਹੀਂ ਜਿਹੜਾ ਹੈਗਾ ਜੇਲ੍ਹ 'ਚ ਨਹੀਂ ਦਿੱਤਾ ਗਿਆ। ਸੋ ਕਹਿਣ ਦਾ ਮਤਲਬ ਹੈ ਕਿ ਇਹਨਾਂ ਸਵਾਲਾਂ ਦੇ ਵਿੱਚ ਤਾਂ ਹਮੇਸ਼ਾ ਹੀ ਕਾਂਗਰਸ ਨੂੰ ਘੇਰਿਆ ਜਾਏਗਾ, ਔਰ ਚਾਹੇ ਉਹ ਕਿਸਾਨੀ ਦੇ ਕਰਜ਼ੇ ਮਾਫੀ ਦੀ ਗੱਲ ਹੋਵੇ। ਸੋ ਜਿੰਨੀ ਦੇਰ ਇਹ ਮਸਲੇ ਜਾਂ ਤਾਂ ਉਹ ਹੱਲ ਕਰਨੇ ਚਾਹੀਦੇ ਉਹਨਾਂ ਨੂੰ, ਤਾਂ ਉਹਨਾਂ ਤੋਂ ਇਹ ਪ੍ਰੈਸ਼ਰ ਜਿਹੜਾ ਹੈਗਾ ਘਟ ਸਕਦਾ ਥੋੜ੍ਹਾ ਬਹੁਤ। ਪਰ ਜੇਕਰ ਹੁਣ ਵੀ ਨਹੀਂ ਕਰਦੇ ਤਾਂ ਲੋਕ ਜਿਹੜੇ ਨੇ ਉਹਨਾਂ ਨੂੰ 22 ਦੇ ਵਿੱਚ ਨਹੀਂ ਇਹ ਕਹਿ ਸਕਦੇ ਕਿ ਇਹਨਾਂ ਨੂੰ ਦੁਬਾਰਾ ਅਸੀਂ ਲੈ ਕੇ ਆਵਾਂਗੇ, ਉਹਨਾਂ ਨੂੰ ਜਿਹੜਾ ਹੈਗਾ ਬਦਲਿਆ ਜਾਏਗਾ। ਸੋ ਇਸ ਕਰਕੇ ਉਸ ਬਦਲਾਅ ਤੋਂ ਜੇ ਬਚਣਾ ਹੈ, ਜੇਕਰ ਨਵਜੋਤ ਸਿੰਘ ਸਿੱਧੂ ਜੇ ਇਸ਼ਾਰਾ ਕਰ ਰਹੇ ਨੇ ਕਿ ਸਾਨੂੰ 22 ਦੇ ਵਿੱਚ ਲੈ ਕੇ ਆਓ, ਤਾਂ ਉਦੋਂ ਅਸੀਂ ਇਹ ਕੰਮ ਕਰਾਂਗੇ। ਉਦੋਂ ਦਾ ਲੋਕ ਇੰਨੀ ਦੇਰ ਇੰਤਜ਼ਾਰ ਨਹੀਂ ਕਰਨਗੇ। ਹੁਣ ਆਖਰੀ ਓਵਰ ਦੇ ਵਿੱਚ ਤੁਹਾਨੂੰ ਚੰਗੀ ਖੇਡ ਦਿਖਾਉਣੀ ਪਏਗੀ, ਔਰ ਹਰ ਬਾਲ ਦੇ ਉੱਤੇ ਤੁਹਾਨੂੰ ਛਿੱਕਾ ਮਾਰਨਾ ਹੀ ਪਏਗਾ, ਤਾਂ ਤੁਸੀਂ ਬਚ ਸਕਦੇ ਹੋ, ਤਾਂ ਤੁਸੀਂ ਜਿੱਤ ਸਕਦੇ ਹੋ। ਨਹੀਂ ਤਾਂ ਜਿਹੜਾ ਹੈਗਾ ਹਾਰਨਾ ਤੁਹਾਡਾ ਬਿਲਕੁਲ ਅੱਗੇ ਦਿਖ ਰਿਹਾ ਹੈ। ਜੀ ਡਾਕਟਰ ਸਾਹਿਬ, ਕਿਵੇਂ ਲੱਗਦਾ ਕਿ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨੇ, ਲਗਾਤਾਰ ਉਹ ਸਰਗਰਮ ਨਜ਼ਰ ਆ ਰਹੇ, ਲਗਾਤਾਰ ਮੁਲਾਕਾਤਾਂ ਦਾ ਦੌਰ ਜਾਰੀ ਹੈ, ਉਹਨਾਂ ਦੇ ਵੱਲੋਂ ਐਲਾਨ ਵੀ ਕਈ ਵੱਡੇ ਕੀਤੇ ਜਾ ਚੁੱਕੇ ਨੇ। ਕੀ ਲੱਗਦਾ ਕਿ ਇਸ ਸਭ ਦੇ ਬਾਵਜੂਦ ਪੰਜਾਬ ਦੇ ਲੋਕ ਨੇ ਜਿਹੜੇ ਇਹਨਾਂ ਨੂੰ ਪੰਜਾਬ ਦੀ ਜਿਹੜੀ ਸੱਤਾ ਸੰਭਾਲ ਸਕਣਗੇ, ਕੀ ਇਹਨਾਂ ਨੂੰ ਪੰਜਾਬ ਦੀ ਬਾਗਡੋਰ 2022 ਦੇ ਵਿੱਚ ਸਾਂਭ ਸਕਣਗੇ? ਕਿਉਂਕਿ ਜੇਕਰ ਥੋੜ੍ਹਾ ਜਿਹਾ ਪਿੱਛੇ ਜਾਇਆ ਜਾਵੇ ਤਾਂ ਪੰਜਾਬ ਦੇ ਲੋਕ ਇਹਨਾਂ ਤੋਂ ਖਫਾ ਬਹੁਤ ਨੇ, ਕਿਉਂਕਿ ਇਹਨਾਂ ਨੇ 2017 ਦੇ ਵਿੱਚ ਵਾਅਦੇ ਤਾਂ ਬਹੁਤ ਵੱਡੇ ਵੱਡੇ ਕੀਤੇ ਸੀ, ਪਰ ਪੂਰੇ ਕਿੰਨੇ ਕੁ ਹੋਏ ਨੇ ਇਹ ਆਪਾਂ ਸਾਰੇ ਹੀ ਜਾਣਦੇ ਹਾਂ। ਸੁਖਬੀਰ ਜੀ, ਦੇਖੋ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਨੇ, ਨਵਜੋਤ ਸਿੰਘ ਸਿੱਧੂ ਨੇ 4.5 ਸਾਲ ਲਗਾਤਾਰ ਉਹਨਾਂ ਨੇ ਆਪਣੀ ਹੀ ਸਰਕਾਰ ਦੇ ਉੱਤੇ ਸਵਾਲ ਉਠਾਏ ਨੇ, ਚਾਹੇ ਉਹ ਨਸ਼ਿਆਂ ਦਾ ਮੁੱਦਾ ਹੋਵੇ, ਚਾਹੇ ਬਰਗਾੜੀ ਕਾਂਡ ਦਾ ਮੁੱਦਾ ਹੋਵੇ, ਚਾਹੇ ਕੋਈ ਹੋਰ ਮੁੱਦਾ ਹੋਵੇ, ਔਰ ਇਹਦਾ ਉਹਨਾਂ ਨੂੰ ਸਿਲਾ ਵੀ ਭੁਗਤਣਾ ਪਿਆ ਔਰ ਕੀਮਤ ਵੀ ਦੇਣੀ ਪਈ ਹੈ। ਉਹਨਾਂ ਨੂੰ ਆਪਣੀ ਕੁਰਸੀ ਜਿਹੜੀ ਹੈਗੀ ਹੈ ਦਾਅ 'ਤੇ ਲਾਉਣੀ ਪਈ। ਲਗਭਗ 2 ਸਾਲਾਂ ਤੋਂ ਉਹ ਘਰੇ ਬੈਠੇ ਨੇ। ਉਹਨਾਂ ਨੇ ਆਪਣਾ ਕੈਬਨਿਟ ਮੰਤਰੀ ਜਿਹੜੀ ਸੀਗਾ ਰੁਤਬਾ ਉਹਨਾਂ ਨੂੰ ਮਿਲਿਆ ਹੋਇਆ ਸੀਗਾ, ਵੱਡਾ ਅਹੁਦਾ ਮਿਲਿਆ ਹੋਇਆ ਸੀਗਾ, ਉਹ ਉਹਨਾਂ ਨੂੰ ਛੱਡਣਾ ਪਿਆ। ਸੋ ਉਸ ਕਰਕੇ ਲੋਕਾਂ ਦੇ ਵਿੱਚ ਇੱਕ ਛਵੀ ਜਿਹੜੀ ਸੀਗੀ ਨਵਜੋਤ ਸਿੰਘ ਸਿੱਧੂ ਦੀ ਇੱਕ ਵੱਡੇ ਲੀਡਰ, ਇੱਕ ਇਮਾਨਦਾਰ ਲੀਡਰ ਦੇ ਤੌਰ ਤੇ ਬਣੀ ਹੋਈ ਸੀਗੀ, ਅੱਜ ਵੀ ਹੈਗੀ ਹੈ। ਔਰ ਖ਼ਾਸ ਤੌਰ ਤੇ ਜਦੋਂ ਅਸੀਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘੇ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਇੱਕ ਇਮਾਨਦਾਰ ਚਿਹਰਾ ਅੱਗੇ ਆ ਰਿਹਾ ਸੀਗਾ, ਪਰ ਇਹ ਇਮਾਨਦਾਰੀ ਉਨੀ ਦੇਰ ਹੀ ਲੋਕਾਂ ਨੂੰ ਚੰਗੀ ਲੱਗੇਗੀ ਜਿੰਨੀ ਦੇਰ ਉਹ ਜਿਹੜੇ ਵਾਅਦੇ ਵੱਡੇ ਵੱਡੇ ਜਿਵੇਂ ਤੁਸੀਂ ਕਹਿ ਰਹੇ ਹੋ ਕੀਤੇ ਹੋਏ ਨੇ ਔਰ ਉਹਨਾਂ ਨੂੰ ਹੱਲ ਨਹੀਂ ਕਰਾਉਂਦੇ, ਚਾਹੇ ਉਹ 18 ਨੁਕਾਤੀ ਪ੍ਰੋਗਰਾਮ ਹੋਵੇ, ਚਾਹੇ ਜਿਹੜੇ ਕੈਪਟਨ ਸਾਹਿਬ ਨੇ ਵਾਅਦੇ ਕਰਕੇ ਆਏ ਸੀਗੇ ਉਹ ਵਾਅਦਿਆਂ ਨੂੰ ਜਿਹੜਾ ਹੈਗਾ ਹੱਲ ਕਰਾਉਣ ਦਾ ਮਸਲਾ ਹੋਵੇ। ਸੋ ਜਿੰਨੀ ਦੇਰ ਉਹ ਨਹੀਂ ਕਰਾਉਣਗੇ ਉਨੀ ਦੇਰ ਉਹਨਾਂ ਦੀ ਪ੍ਰਧਾਨਗੀ ਦਾ ਵੀ ਕੋਈ ਫਾਇਦਾ ਨਹੀਂ ਹੈ। ਬੇਸ਼ੱਕ ਉਹ ਬਹੁਤ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਹੋ ਸਕਦਾ ਹੈ ਕਿ ਇਸ ਵੇਲੇ ਉਹਨਾਂ ਨੂੰ ਜਿਸ ਕਿਸਮ ਦੀ ਕਾਂਗਰਸ ਨੂੰ ਇਕਜੁੱਟ ਕਰਨ ਦੀ ਲੋੜ ਹੈ ਉਹਦੇ ਲਈ ਉਹ ਕੋਸ਼ਿਸ਼ ਕਰ ਰਹੇ ਹੋਣ, ਔਰ ਉਹਨਾਂ ਨੂੰ ਲੱਗਦਾ ਹੋਵੇ ਕਿ ਅਗਲੇ ਦਿਨਾਂ 'ਚ ਮੈਂ ਮਸਲੇ ਹੱਲ ਕਰਾ ਲਾਂਗਾ। ਸੋ ਇੱਕ ਪਾਸੇ ਤਾਂ ਇਹ ਗੱਲ ਹੋ ਸਕਦੀ ਹੈ, ਪਰ ਉਹਨਾਂ ਨੂੰ ਜਿੰਨੀ ਛੇਤੀ ਹੋ ਸਕੇ ਇਹ ਮਸਲੇ ਹੱਲ ਕਰਾਉਣੇ ਚਾਹੀਦੇ ਨੇ, ਕਿਉਂਕਿ ਸਮਾਂ ਬਹੁਤ ਘੱਟ ਹੈ। 6 ਮਹੀਨੇ ਦਾ ਸਮਾਂ ਇੱਕ ਸਰਕਾਰ ਦੇ ਲਈ ਕੁਝ ਵੀ ਨਹੀਂ ਹੁੰਦਾ, ਔਰ ਵਾਅਦੇ ਬਹੁਤ ਵੱਡੇ ਵੱਡੇ ਪਏ ਨੇ। ਜਿਵੇਂ ਮੈਂ ਕਿਹਾ ਸੀਗਾ ਕਿ ਰਨ ਤੁਹਾਨੂੰ ਬਹੁਤ ਨੇ, ਹਜੇ ਘੱਟੋ ਘੱਟ 36 ਰਨ ਤੁਸੀਂ ਇੱਕ ਓਵਰ 'ਚ ਬਣਾਉਣੇ ਨੇ, ਤਾਂ ਹਰ ਬਾਲ ਦੇ ਉੱਤੇ ਸਰਕਾਰ ਲਗਾਤਾਰ ਇਹ ਗੱਲ ਕਹਿ ਰਹੀ ਹੈ ਕਿ ਅਸੀਂ 2022 ਤੋਂ ਪਹਿਲਾਂ ਸਾਰੇ ਵਾਅਦੇ ਪੂਰੇ ਕਰ ਲਾਂਗੇ। ਪਰ ਉਹਨੂੰ ਜੇ ਕੋਈ ਪੁੱਛੇ ਵੀ 4.5 ਸਾਲ ਤੋਂ ਤੁਹਾਡੇ ਤੋਂ ਵਾਅਦੇ ਪੂਰੇ ਨਹੀਂ ਹੋਏ, ਤਾਂ ਹੁਣ 6 ਮਹੀਨਿਆਂ ਦੇ ਵਿੱਚ ਵਾਅਦੇ ਤੁਸੀਂ ਕਿਵੇਂ ਪੂਰੇ ਕਰ ਲਓਗੇ ਸਾਰੇ? ਦੇਖੋ, ਮੈਂ ਇਹ ਕਹਿਣਾ ਚਾਹੁੰਦਾ ਕਿ 6 ਮਹੀਨਿਆਂ ਦੇ ਵਿੱਚ ਵੀ ਕਾਫੀ ਹਰਕਤ ਦੇ ਵਿੱਚ ਆ ਸਕਦੀ ਹੈ। ਇਹ ਨਹੀਂ ਹੈ ਕਿ ਜਿਵੇਂ ਮੰਨ ਲਓ ਹੁਣ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਹੈ, ਕਿਸਾਨਾਂ ਦਾ ਕਰਜ਼ਾ ਮਾਫ ਜਿਹੜਾ ਕਿਹਾ ਸੀਗਾ ਉਹ ਪੂਰੇ ਤੌਰ ਤੇ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਬਰਗਾੜੀ ਕਾਂਡ ਦਾ ਮਸਲਾ ਜਿਹੜਾ ਹੈਗਾ, ਜਿਹੜੇ ਵੱਡੇ ਮਸਲੇ ਨੇ ਜਿਹੜੇ ਕਿ ਕੀਤੇ ਜਾ ਸਕਦੇ ਨੇ, ਉਹ ਮੈਂ ਕਹਿਣਾ ਕਿ ਉਹ ਕਰਨੇ ਚਾਹੀਦੇ ਨੇ, ਔਰ ਸਰਕਾਰ ਨੂੰ ਹਰਕਤ ਜਿਹੜੀ ਹੈਗੀ ਹੈ ਦਿਖਾਉਣੀ ਚਾਹੀਦੀ ਹੈ, ਕਿਉਂਕਿ ਹਰਕਤ ਦੇ ਵਿੱਚ ਹੀ ਬਰਕਤ ਹੈ। ਸੋ ਜੇਕਰ ਹਰਕਤ ਕਰੇਗੀ ਸਰਕਾਰ, ਕੈਪਟਨ ਸਾਹਿਬ ਹਰਕਤ ਕਰਨਗੇ, ਉਦੋਂ ਹੀ ਮਸਲੇ ਇਹ ਹੱਲ ਹੋਣੇ ਨੇ। ਮੈਂ ਇਹ ਨਹੀਂ ਕਹਿੰਦਾ ਵੀ ਹੁਣ ਜੇ 6 ਮਹੀਨੇ ਰਹਿ ਗਏ ਤਾਂ ਤੁਸੀਂ ਚੁੱਪ ਕਰਕੇ ਬਹਿ ਜਾਓ। ਤੁਹਾਨੂੰ ਇਸ ਵੇਲੇ
ਚੁੱਪ ਕਰਕੇ ਬੈਠਣ ਦੀ ਲੋੜ ਨਹੀਂ ਹੈ। ਤੁਹਾਨੂੰ ਇਸ ਵੇਲੇ ਲੋਕਾਂ ਨੂੰ ਇਹ ਦਿਖਾਉਣਾ ਪਏਗਾ ਕਿ ਅਸੀਂ ਕੁਝ ਕਰ ਸਕਦੇ ਹਾਂ। ਅਸੀਂ ਵੀ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਅੱਗੇ ਲੱਗ ਕੇ ਇਹ ਦਿਖਾਉਣਾ ਪਏਗਾ ਕਿ ਮੈਂ ਸਰਕਾਰ ਦੇ ਉੱਤੇ ਪ੍ਰੈਸ਼ਰ ਪਾ ਕੇ ਵਧੀਆ ਜਿਹੜਾ ਹੈਗਾ ਸਿਸਟਮ ਦੇ ਸਕਦਾ ਹਾਂ। ਜੇਕਰ ਉਹਨਾਂ ਨੇ ਇੱਕ ਚੰਗੀ ਛਵੀ ਬਣਾਉਣੀ ਹੈ ਔਰ 22 ਦੇ ਵਿੱਚ ਮੁੱਖ ਮੰਤਰੀ ਦਾ ਜੇਕਰ ਚਿਹਰਾ ਬਣਨਾ ਹੈ ਤਾਂ ਤੁਹਾਨੂੰ ਉਹਦੇ ਲਈ ਕੰਮ ਕਰਨਾ ਪਏਗਾ। ਤੁਹਾਨੂੰ ਉਹਦੇ ਲਈ ਲੋਕਾਂ ਦੇ ਵਿੱਚ ਵਿਸ਼ਵਾਸ ਜਿਹੜਾ ਲੋਕਾਂ ਦਾ ਗਵਾ ਚੁੱਕਿਆ ਕਾਂਗਰਸ ਤੋਂ, ਉਹ ਤੁਹਾਨੂੰ ਦੁਬਾਰਾ ਵਿਸ਼ਵਾਸ ਜਿਹੜਾ ਹੈਗਾ ਜਗਾਉਣਾ ਪਏਗਾ ਲੋਕਾਂ ਦੇ ਵਿੱਚ। ਔਰ ਜੇਕਰ ਉਹ ਜਗਦਾ ਹੈ ਤਾਂ ਹੀ ਤੁਸੀਂ 22 ਦੇ ਵਿੱਚ ਦੁਬਾਰਾ ਆ ਸਕਦੇ ਹੋ, ਨਹੀਂ ਮੁਸ਼ਕਲ ਹੋ ਜਾਏਗੀ। ਸੁਖਬੀਰ ਜੀ ਡਾਕਟਰ ਸਾਹਿਬ ਕੀ ਲੱਗਦਾ ਕਿ ਹੁਣ ਜਿਹੜੇ ਚੋਣਾਂ ਹੋਣੀ ਨੇ 2022 ਦੀਆਂ, ਕੋਈ ਖਾਸ ਸਮਾਂ ਇਹਨਾਂ ਦੇ ਵਿੱਚ ਰਿਹਾ ਨਹੀਂ, ਕੀ ਪੰਜਾਬ ਕਾਂਗਰਸ ਆਪਣੀ ਚੋਣਾਂ ਤੋਂ ਪਹਿਲਾਂ ਮੌਜੂਦਾ ਸਥਿਤੀ ਹੈ ਜਿਹੜੀ ਪੰਜਾਬ ਕਾਂਗਰਸ ਦੀ ਉਸ ਨੂੰ ਠੀਕ ਕਰ ਸਕੇਗੀ? ਸੁਖਬੀਰ ਜੀ, ਜਿਸ ਕਿਸਮ ਦੇ ਨਾਲ ਉਹੀ ਮੈਂ ਕਹਿ ਰਿਹਾ ਕਿ ਜਿਸ ਕਿਸਮ ਦੇ ਨਾਲ ਢਿੱਲਮ ਢਿੱਲੀ ਉਹਨਾਂ ਦੀ ਕਾਰਜਸ਼ੈਲੀ ਹੈ ਕੈਪਟਨ ਸਾਹਿਬ ਦੀ ਜਾਂ ਗਵਰਨਮੈਂਟ ਦੀ, ਤਾਂ ਉੱਥੋਂ ਇਹੀ ਲੱਗ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਦੇ ਵਿੱਚ, ਚਾਹੇ ਉਹ ਕਿਸਾਨ ਹੋਣ, ਚਾਹੇ ਬੇਰੁਜ਼ਗਾਰ ਹੋਣ, ਚਾਹੇ ਅਧਿਆਪਕ ਹੋਣ, ਚਾਹੇ ਡਾਕਟਰ ਹੋਣ, ਚਾਹੇ ਨਰਸਾਂ ਹੋਣ, ਉਹਨਾਂ ਦੇ ਵਿੱਚ ਇੱਕ ਨਿਰਾਸ਼ਾ ਦਾ ਮਾਹੌਲ ਇਸ ਵੇਲੇ ਪੈਦਾ ਹੋ ਚੁੱਕਿਆ ਹੈ। ਉਸ ਨਿਰਾਸ਼ਾ ਦੇ ਵਿੱਚੋਂ ਕੱਢਣ ਦੇ ਲਈ ਉਹਨਾਂ ਨੂੰ ਕੋਈ ਨਾ ਕੋਈ ਹਰਕਤ ਕਰਨੀ ਚਾਹੀਦੀ ਹੈ। ਜੇਕਰ ਉਹ ਨਹੀਂ ਕਰਦੇ ਜਿਵੇਂ ਤੁਸੀਂ ਕਹਿ ਰਹੇ ਹੋ, ਤਾਂ ਉਹਦੇ ਨਾਲ ਕੀ ਹੋਏਗਾ ਕਿ ਉਹਦੇ ਨਾਲ ਬਹੁਤ ਨਿਰਾਸ਼ਾ ਫੈਲ ਜਾਏਗੀ ਔਰ 22 ਦੇ ਵਿੱਚ ਕੋਈ ਕਾਰਨ ਮੈਨੂੰ ਦਿਖਾਈ ਨਹੀਂ ਦੇ ਰਿਹਾ ਕਿ ਦੁਬਾਰਾ ਜਿਹੜਾ ਹੈਗਾ ਕਾਂਗਰਸ ਆ ਜਾਏਗੀ। ਔਰ ਤੁਸੀਂ ਵੀ ਜਿਵੇਂ ਆਪਾਂ ਜਾਣਦੇ ਹਾਂ ਔਰ ਕੱਲ੍ਹ ਆਪਣੀ ਗੱਲ ਵੀ ਹੋਈ ਕਿ ਪ੍ਰਸ਼ਾਂਤ ਕਿਸ਼ੋਰ ਵੀ ਜਿਹੜਾ ਨੂੰ ਲੱਗਦਾ ਸੀਗਾ ਕਿ ਸ਼ਾਇਦ ਨਵੇਂ ਸੁਪਨੇ, ਨਵੇਂ ਲਾਰੇ ਲੱਪੇ ਲਵਾ ਕੇ ਇਹਨਾਂ ਨੂੰ ਕੋਈ ਦੁਬਾਰਾ ਸੱਤਾ 'ਚ ਲਿਆ ਦੇਗਾ, ਉਹ ਵੀ ਹੁਣ ਚਲਾ ਗਿਆ। ਇੱਕ ਉਹਦੇ ਕਰਕੇ ਵੀ ਕਾਂਗਰਸ ਸਰਕਾਰ ਦੀ ਟੁੱਟੀ ਹੈ ਪ੍ਰਸ਼ਾਂਤ ਕਿਸ਼ੋਰ ਦੇ ਅਸਤੀਫੇ ਨਾਲ। ਬਿਲਕੁਲ ਬਿਲਕੁਲ, ਉਹ ਜਿਹੜੇ ਝੂਠੇ ਲਾਰਿਆਂ ਨੂੰ ਹੋਰ ਨਵੇਂ ਤਰੀਕੇ ਨਾਲ ਪੇਸ਼ ਕਰਨ ਦੀ ਜਿਹੜੀ ਗੱਲ ਸੀਗੀ, ਉਹ ਵੀ ਉਹਨਾਂ ਨੂੰ ਲੱਗਦਾ ਕਿ ਹੁਣ ਉਹ ਵੀ ਨਹੀਂ ਹੋਣੀ। ਸੋ ਇਸ ਕਰਕੇ ਬੁਰੀ ਤਰ੍ਹਾਂ ਨਿਰਾਸ਼ਾ ਹੈ ਪੰਜਾਬ ਦੇ ਲੋਕਾਂ ਵਿੱਚ ਵੀ ਔਰ ਹੋਰ ਵੀ ਜਿਹੜਾ ਤੁਸੀਂ ਦੇਖੋਗੇ। ਇਸ ਕਰਕੇ ਉਹ ਨਿਰਾਸ਼ਾ ਦਾ ਜਿਹੜਾ ਆਲਮ ਹੈ ਉਹ 22 ਦੀਆਂ ਚੋਣਾਂ ਦੇ ਵਿੱਚ ਦਿਖੇਗਾ ਔਰ ਕਾਂਗਰਸ ਦਾ ਜਿਹੜਾ ਹੈਗਾ ਪੱਤਾ ਸਾਫ਼ ਹੋ ਸਕਦਾ ਹੈਗਾ ਪੰਜਾਬ ਦੇ ਵਿੱਚੋਂ। ਜੀ ਸੁਖਬੀਰ ਜੀ ਡਾਕਟਰ ਸਾਹਿਬ, ਅਗਲੀ ਖਬਰ ਵੀ ਕਾਂਗਰਸ ਦੇ ਨਾਲ ਜੁੜੀ ਹੋਈ ਹੈ ਕਿ ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਸੀ ਜਿਹੜੇ, ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਕੀ ਕਾਰਨ ਰਿਹਾ ਉਹਨਾਂ ਦੇ ਅਸਤੀਫੇ ਦਾ? ਕਾਰਨ ਇਹੀ ਹੈ ਕਿ ਜਿਹੜਾ ਵੀ ਬੰਦਾ ਦੇਖੋ ਸੱਚ ਬੋਲੇਗਾ। ਇਸ ਵੇਲੇ ਕੀ ਹੈ? ਸੱਚ ਇਹੀ ਹੈ ਕਿ ਵੱਡੇ ਵਾਅਦੇ ਕਰਕੇ ਆਉਂਦੀਆਂ ਨੇ ਸਰਕਾਰਾਂ, ਪਰ ਬਾਅਦ ਦੇ ਵਿੱਚ ਉਹ ਮੁੱਕਰ ਜਾਂਦੀਆਂ ਨੇ। ਤੇ ਇਸੇ ਕਰਕੇ ਉਹ ਪ੍ਰਧਾਨ ਜਿਹੜੇ ਨੇ ਪ੍ਰਦੀਪ ਛਾਬੜਾ, ਤੁਸੀਂ ਗੱਲ ਕਰ ਰਹੇ ਹੋ, ਜੇਕਰ ਉਹਨਾਂ ਨੇ ਅਸਤੀਫਾ ਦਿੱਤਾ ਹੈ ਤਾਂ ਲਾਜ਼ਮੀ ਤੌਰ ਤੇ ਇਹਦੇ ਪਿੱਛੇ ਇਹੀ ਹੈ ਕਿ ਉਹ ਸੱਚ ਬੋਲਦੇ ਰਹੇ ਨੇ ਔਰ ਆਵਾਜ਼ ਉਠਾਉਂਦੇ ਰਹੇ ਨੇ ਔਰ ਉਹਨਾਂ ਨੂੰ ਇਹ ਲੱਗਦਾ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਜਦੋਂ ਸੱਚ ਬੋਲਦੇ ਸੀਗੇ, ਜਿਵੇਂ ਕੈਪਟਨ ਸਾਹਿਬ ਨੇ ਕਹਿਤਾ ਸੀਗਾ ਕਿ ਇਹਨਾਂ ਲਈ ਰਸਤੇ ਬੰਦ ਹੋ ਗਏ ਨੇ ਕਾਂਗਰਸ ਦੇ ਔਰ ਇਹਨਾਂ ਨੂੰ ਅਸੀਂ ਬਾਹਰ ਦਾ ਰਸਤਾ ਦਿਖਾ ਦਾਂਗੇ। ਉਹੀ ਗੱਲ ਜਿਹੜੀ ਹੈਗੀ ਹੈ ਪ੍ਰਦੀਪ ਛਾਬੜਾ ਹੋਰਾਂ ਨਾਲ ਵਾਪਰੀ ਹੈ। ਸੋ ਉਹਨਾਂ ਨੇ ਵੀ ਜਿਹੜਾ ਹੈਗਾ ਸੱਚ ਬੋਲਿਆ ਸੀਗਾ ਕਿ ਸਰਕਾਰ ਨੂੰ ਆਪਣੇ ਵਾਅਦੇ ਪੂਰੇ ਕਰਨੇ ਚਾਹੀਦੇ ਨੇ, ਜੋ ਵਾਅਦੇ ਉਹਨਾਂ ਨੇ ਵੱਡੇ ਕੀਤੇ ਹੈ। ਸੋ ਪਰ ਨਾ ਕਰਨ ਕਰਕੇ ਸੱਚ ਜਿਹੜਾ ਹੈਗਾ ਉਹਨਾਂ ਨੇ ਜਦੋਂ ਉਹ ਗੱਲ ਮੀਡੀਆ 'ਚ ਰੱਖੀ, ਆਪਣੇ ਲੋਕਾਂ ਦੇ ਵਿੱਚ ਰੱਖੀ, ਤਾਂ ਉਹਨਾਂ ਨੂੰ ਲੱਗਿਆ ਕਿ ਇਹ ਸਾਨੂੰ ਹਰਾਏਗਾ ਔਰ ਇਹਦੇ ਨਾਲ ਕਾਂਗਰਸ ਦਾ ਨੁਕਸਾਨ ਹੋ ਸਕਦਾ, ਇਹਦੇ ਨਾਲ ਇਹਨਾਂ ਨੇ ਅਨੁਸ਼ਾਸਨ ਤੋੜਿਆ ਹੈ, ਤਾਂ ਉਸ ਕਰਕੇ ਉਹਨਾਂ ਨੂੰ ਅਸਤੀਫਾ ਜਿਹੜਾ ਹੈਗਾ ਦੇਣਾ ਪਿਆ। ਜੀ ਡਾਕਟਰ ਸਾਹਿਬ, ਇੱਕ ਖਬਰ ਹੋਰ ਆ ਰਹੀ ਹੈ ਕਰੋਨਾ ਮਹਾਮਾਰੀ ਦੇ ਨਾਲ ਜੁੜੀ ਹੋਈ ਕਿ ਸਿਹਤ ਮੰਤਰੀ ਨੇ ਜਿਹੜੇ ਪੰਜਾਬ ਦੇ ਬਲਬੀਰ ਸਿੰਘ ਸਿੱਧੂ, ਉਹਨਾਂ ਦੇ ਵੱਲੋਂ ਅੱਜ ਬਿਆਨ ਦਿੱਤਾ ਗਿਆ ਕਿ ਜਿਹੜੀ ਤੀਜੀ ਲਹਿਰ ਹੈ ਕਰੋਨਾ ਦੀ ਉਹ ਸਤੰਬਰ ਦੇ ਵਿੱਚ ਆ ਸਕਦੀ ਹੈ। ਦੇਖੋ, ਇਦਾਂ ਦੇ ਡਰਾਵੇ ਦੇ ਕੇ ਆਪਾਂ ਨੂੰ ਵੀ ਪਤਾ ਹੈ ਕਿ ਪਹਿਲਾਂ ਵੀ ਸਰਕਾਰਾਂ ਲੋਕਾਂ ਦੇ ਉੱਤੇ ਤਸ਼ੱਦਦ ਕਰਦੀਆਂ ਰਹੀਆਂ ਨੇ। ਇੱਕ ਪਾਸੇ ਚਾਹੀਦਾ, ਸਰਕਾਰਾਂ ਦੀ ਡਿਊਟੀ ਕੀ ਹੈ ਕਿ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਤੀਜੀ ਲਹਿਰ ਆਏਗੀ ਤਾਂ ਉਹਨਾਂ ਨੂੰ ਡਾਕਟਰਾਂ ਦਾ ਜਿਹੜਾ ਹੈਗਾ ਇੰਤਜ਼ਾਮ ਕਰਨਾ ਚਾਹੀਦਾ ਹੈ, ਚੰਗੇ ਡਾਕਟਰ ਭਰਤੀ ਕਰਨੇ ਚਾਹੀਦੇ ਨੇ, ਇਨਫਰਾਸਟ੍ਰਕਚਰ ਡਿਵੈਲਪ ਕਰਨਾ ਚਾਹੀਦਾ ਹੈ, ਹਸਪੀਟਲਸ ਡਿਵੈਲਪ ਕਰਨੇ ਚਾਹੀਦੇ ਨੇ, ਦਵਾਈਆਂ ਤੇ ਪੈਸੇ ਖਰਚਣੇ ਚਾਹੀਦੇ ਨੇ ਔਰ ਇਸੇ ਤਰ੍ਹਾਂ ਤੁਸੀਂ ਦੇਖੋਗੇ ਆਕਸੀਜਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਹ ਤਾਂ ਪ੍ਰਬੰਧ ਉਹ ਕਰ ਨਹੀਂ ਰਹੇ, ਠੀਕ ਹੈ। ਇਹ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਡਾਕਟਰ ਵਿਚਾਰੇ ਧਰਨਿਆਂ ਤੇ ਬੈਠੇ ਨੇ, 6th ਪੇ ਕਮਿਸ਼ਨ ਉਹਨਾਂ ਨੂੰ ਜਿਹੜਾ ਹੈਗਾ ਨਹੀਂ ਮਿਲ ਰਿਹਾ। ਇਸੇ ਤਰ੍ਹਾਂ ਨਰਸਾਂ ਵਿਚਾਰੀਆਂ ਧਰਨੇ ਤੇ ਬੈਠੀਆਂ ਨੇ, ਹੋਰ ਆਮ ਲੋਕ ਜਿਹੜੇ ਨੇ ਉਹ ਧਰਨਿਆਂ ਤੇ ਬੈਠੇ ਨੇ। ਸੋ ਸਰਕਾਰ ਦੀ ਕੀ ਡਿਊਟੀ ਹੁੰਦੀ ਹੈ? ਸਰਕਾਰ ਦੀ ਡਿਊਟੀ ਇਹ ਨਹੀਂ ਹੁੰਦਾ ਕਿ ਤੁਸੀਂ ਤੀਜੀ ਲਹਿਰ ਦਾ ਡਰਾਵਾ ਦੇ ਕੇ ਲੋਕਾਂ ਨੂੰ ਘਰਾਂ 'ਚ ਵਾੜ ਦਿਓ, ਲੋਕਾਂ ਨੂੰ ਕਹੋਗੇ ਤੁਸੀਂ ਸਕੂਲ ਤੁਹਾਡੇ ਖੋਲ੍ਹਣੇ ਨਹੀਂ ਹੈਗੇ, ਲੋਕਾਂ ਨੂੰ ਇਹ ਕਹੋ ਕਿ ਤੁਹਾਡੇ ਦਫ਼ਤਰ ਨਹੀਂ ਖੁੱਲ੍ਹਣੇ। ਬਜਾਏ ਇਹਦੇ ਤੁਹਾਨੂੰ ਚਾਹੀਦਾ ਹੈ ਸਰਕਾਰਾਂ ਨੂੰ ਕਿ ਇਨਫਰਾਸਟ੍ਰਕਚਰ ਡਿਵੈਲਪ ਕਰਨ। ਜੇਕਰ ਅਸੀਂ ਕੋਈ ਇੱਦਾਂ ਦੀ ਮਹਾਮਾਰੀ ਆਉਂਦੀ ਹੈ ਅਗਲੇ ਦਿਨਾਂ ਦੇ ਵਿੱਚ, ਤਾਂ ਉਹਦਾ ਮੁਕਾਬਲਾ ਕਿਵੇਂ ਕਰਨਾ ਹੈ? ਉਹਦੇ ਲਈ ਤੁਹਾਡੇ ਕੋਲ ਬਜਟ ਕਿੰਨਾ ਹੈ? ਬਜਟ ਤੁਸੀਂ ਰੱਖਿਆ ਹੈ? ਤੁਸੀਂ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਹੈ?
ਹੈ ਦਵਾਈਆਂ ਤੁਸੀਂ ਬਾਹਰੋਂ ਮੰਗਵਾ ਰਹੇ ਹੋ। ਔਰ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਿਵੇਂ ਹਾਹਾਕਾਰ ਮੱਚੀ ਸੀ। ਆਕਸੀਜਨ ਲੋਕਾਂ ਨੂੰ ਨਹੀਂ ਮਿਲੀ, ਬੈੱਡਸ ਨਹੀਂ ਮਿਲੇ, ਦਵਾਈਆਂ ਨਹੀਂ ਮਿਲੀਆਂ, ਡਾਕਟਰਸ ਪ੍ਰੋਪਰ ਨਹੀਂ ਮਿਲੇ ਔਰ ਚੈੱਕਅਪ ਉਹਨਾਂ ਦੀ ਨਹੀਂ ਹੋਈ, ਟੈਸਟ ਨਹੀਂ ਹੋਏ। ਸੋ ਇਸ ਕਰਕੇ ਤੁਸੀਂ ਆਪਾਂ ਇੱਕ ਪਾਸੇ ਦੇਖ ਰਹੇ ਹਾਂ ਕਿ ਸਰਕਾਰਾਂ ਇੱਦਾਂ ਦਾ ਇੰਤਜ਼ਾਮ ਜਿਹੜੀ ਉਹਨਾਂ ਦੀ ਡਿਊਟੀ ਹੈ ਉਹ ਉਹਨਾਂ ਨੂੰ ਕਰਨਾ ਚਾਹੀਦਾ ਹੈ, ਔਰ ਜਦੋਂ ਆਏਗੀ ਉਦੋਂ ਦੇਖਾਂਗੇ। ਠੀਕ ਹੈ ਨਾ, ਇੱਕ ਇਹ ਥੋੜ੍ਹੀ ਹੈ ਕਿ ਪਹਿਲਾਂ ਤੁਸੀਂ ਡਰਾ ਕੇ ਜਿਹੜਾ ਹੈਗਾ ਇਹ ਕਰੋਗੇ। ਪਰ ਮੈਨੂੰ ਇਹ ਲੱਗਦਾ ਕਿ ਸਰਕਾਰਾਂ ਆਪਣੀ ਜਿਹੜੀ ਡਿਊਟੀ ਹੈ, ਆਪਣਾ ਫਰਜ਼ ਹੈ ਸਰਕਾਰਾਂ ਦਾ ਕਿ ਅਸੀਂ ਮਹਾਮਾਰੀ ਦੇ ਦੌਰਾਨ ਅਸੀਂ ਇਹ ਕੰਮ ਜਿਹੜੇ ਕਰਨੇ ਨੇ ਉਹ ਕੰਮ ਕਰਨ ਦੀ ਬਜਾਏ ਸਿਰਫ ਤੇ ਸਿਰਫ ਲੋਕਾਂ ਨੂੰ ਡਰਾ ਕੇ ਧਮਕਾ ਕੇ ਜਿਹੜਾ ਹੈਗਾ ਉਹ ਅੰਦਰ ਬੰਦ ਕਰਨੇ ਚਾਹੁੰਦੇ ਨੇ ਔਰ ਆਪਣੀ ਸੱਤਾ ਜਿਹੜੀ ਹੈਗੀ ਆ ਸਥਾਪਿਤ ਕਰਨਾ ਚਾਹੁੰਦੇ ਨੇ। ਸੁਖਵੀਰ ਜੀ ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਹਨਾਂ ਖਬਰਾਂ ਦੇ ਉੱਪਰ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਜੀ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ ਜਿਨ੍ਹਾਂ ਨੇ ਇਹਨਾਂ तमाम ਖਬਰਾਂ ਦੇ ਉੱਪਰ ਆਪਣੇ ਕੀਮਤੀ ਵਿਚਾਰ ਦਿੱਤੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਫਿਲਹਾਲ ਦੇ ਲਈ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਫਿਲਹਾਲ ਦੇ ਲਈ ਦਿਓ ਇਜਾਜ਼ਤ। ਧੰਨਵਾਦ।